स्टूडेंट्स वेलकम बैक टू माय यूट्यूब चैनल। बच्चे आप ऑर्गेनिक दे जिहड़े आ 2 चैप्टर कर चुके हैं, अल्कोहल फिनोल ईथर, हैलो एल्केन्स एंड हैलोरीन, जिन्हां दी वेटेज ज़्यादा और सॉलिड स्टेट दे सारे ही न्यूमेरिकल हो चुके हैं। आई होप तुहानूं उन्हां च कोई डाउट नहीं है। तो सॉलिड स्टेट दी जिहड़ी थ्योरी ते वीडियो मैं बाद च बना दूंगी। तो थोड़ा जिहा हुण ऑर्गेनिक तो आपां डिफरेंट करदे हां, ठीक है। तो केमिस्ट्री इन एवरीडे लाइफ, नो डाउट ਇਹ ਨੈਚੁਰਲ ਕੈਮਿਸਟਰੀ ਹੁੰਦੀ ਹੈ, ਠੀਕ ਹੈ, ਜਿਹਦੇ 'ਚ ਆਪਾਂ ਮੈਡੀਸਨਸ ਬਾਰੇ ਪੜ੍ਹਦੇ ਹਾਂ ਜਾਂ ਆਪਾਂ ਕਹਿੰਦੇ ਹਾਂ ਕਿ ਕਿਹੜੇ ਕਿਹੜੇ ਜਿਹੜੇ ਨੇਚਰ ਤੋਂ ਓਬਟੇਨਡ ਹੁੰਦੇ ਆ, ਠੀਕ ਹੈ, ਉਹਨਾਂ ਬਾਰੇ। ਤਾਂ ਕੈਮਿਸਟਰੀ ਇਨ ਐਵਰੀਡੇ ਲਾਈਫ 'ਚ ਆਪਾਂ ਜਨਰਲੀ ਮੈਡੀਸਨਸ ਬਾਰੇ ਹੀ ਪੜ੍ਹਨਾ। ਸੋ ਜਿਹੜਾ ਆਪਣਾ ਅਲਡੀਹਾਈਡ ਕੀਟੋਨਸ ਵਾਲਾ ਚੈਪਟਰ ਹੈ ਔਰ ਨਾਈਟ੍ਰੋਜਨ ਵਾਲਾ ਚੈਪਟਰ ਹੈ, ਉਹ ਆਪਾਂ ਬਾਅਦ 'ਚ ਕਰਾਂਗੇ। ਪਹਿਲਾਂ ਹਾਂ ਕੈਮਿਸਟਰੀ ਇਨ ਐਵਰੀਡੇ ਲਾਈਫ, ਪੋਲੀਮਰ ਔਰ ਕਾਰਬੋਹਾਈਡ ਜਿਹੜਾ ਬਾਇਓਮੋਲੀਕਿਊਲਸ ਉਹ ਖਤਮ ਕਰ ਲੈਂਦੇ ਆ, ਫਿਰ 2 ਚੈਪਟਰ ਰਹਿ ਜਾਣਗੇ ਆਪਣੇ, ਠੀਕ ਹੈ। ਸੋ ਕੈਮਿਸਟਰੀ ਇਨ ਐਵਰੀਡੇ ਲਾਈਫ ਤੋਂ ਸਿੰਪਲੀ ਤੁਸੀਂ ਜਿੱਥੇ ਮਰਜ਼ੀ ਚੱਲ ਜਾਓ, ਕੈਮਿਸਟਰੀ ਸਾਰੇ ਪਾਸੇ ਹੀ ਆ। ਜਿਵੇਂ ਹੁਣ ਆਪਾਂ ਨੇ ਪੋਲੀਮਰ 'ਚ ਪੜ੍ਹਨਾ ਸੀਗਾ, ਪੋਲੀਮਰ 'ਚ ਆਪਣੇ ਕੋਲ ਕਲੋਥਸ ਵਗੈਰਾ, ਠੀਕ ਹੈ, ਆਪਾਂ ਯੂਜ਼ ਕਰਦੇ ਹਾਂ, ਜੋ ਵੀ ਪਲਾਸਟਿਕ ਦੀਆਂ ਚੀਜ਼ਾਂ ਯੂਜ਼ ਕਰਦੇ ਹਾਂ ਡੇਲੀ ਲਾਈਫ 'ਚ, ਦੈਟ ਆਰ ਮੇਡ ਅਪ ਆਫ ਕੈਮੀਕਲਸ, ਠੀਕ ਹੈ। ਤੋ ਜਿਵੇਂ ਐਗਰੀਕਲਚਰ 'ਚ ਯੂਜ਼ ਹੁੰਦੀ ਹੈ ਕੈਮਿਸਟਰੀ, ਸਾਰੇ ਪਾਸੇ ਹੀ ਯੂਜ਼ ਹੁੰਦੀ ਹੈ, ਠੀਕ ਹੈ। ਤੋ ਇਨ ਐਵਰੀਡੇ ਲਾਈਫ ਕਿੱਦਾਂ ਯੂਜ਼ ਹੁੰਦੀ ਹੈ, ਤਾਂ ਆਪਾਂ ਇਹਦੇ 'ਚ ਪੜ੍ਹਾਂਗੇ ਮੈਡੀਸਨਸ ਔਰ ਡਰੱਗਸ ਬਾਰੇ, ਠੀਕ ਹੈ। ਤੋ ਜਿਹੜੇ ਬਾਇਓ ਦੇ ਸਟੂਡੈਂਟਸ ਆ, ਬਾਇਓ ਦੇ ਸਟੂਡੈਂਟ ਕਾਫੀ ਅੱਛੀ ਤਰ੍ਹਾਂ ਇਹ ਚੈਪਟਰ ਸਮਝ ਸਕਦੇ ਨੇ, ਠੀਕ ਹੈ। ਤੋ ਫਸਟ ਮੈਡੀਸਨਸ ਔਰ ਡਰੱਗਸ 'ਚ ਜਦੋਂ ਤੁਸੀਂ ਮੈਡੀਸਨ ਲੈਣ ਜਾਂਦੇ ਹੋ, ਠੀਕ ਹੈ, ਕੋਈ ਵੀ ਮੈਡੀਸਨ ਆ, ਉਹਦੇ ਪਿੱਛੇ ਸਾਲਟ ਜ਼ਰੂਰ ਲਿਖੇ ਹੁੰਦੇ ਆ ਕਿ ਇਹਦੇ 'ਚ ਪੋਟਾਸ਼ੀਅਮ ਇਹ ਹੈਗਾ ਆਪਣੇ ਕੋਲ, ਅਮੋਕਸੀਸਿਲਿਨ ਤੋਂ ਜਿਹੜੇ ਆਪਣੇ ਕੋਲ ਕਲੈਵੋਨੇਟ ਵਗੈਰਾ, ਤੋਂ ਕਾफ़ी ਸਾਰੇ ਸਾਲਟਸ ਲਿਖੇ ਹੁੰਦੇ ਆ, ਠੀਕ ਹੈ। ਤੋ ਸਾਲਟਸ ਦਾ ਮਤਲਬ ਕੀ ਹੈ ਕਿ ਦਿਸ ਮੈਡੀਸਨ ਇਜ਼ ਮੇਡ ਅਪ ਆਫ ਮੈਨੀ ਕੈਮੀਕਲਸ, ਠੀਕ ਹੈ। ਤੋ ਮੈਡੀਸਨ ਕਾਹਦੇ ਲਈ ਯੂਜ਼ ਕੀਤੀਆਂ ਜਾਂਦੀਆਂ, ਫॉर ਟਰੀਟਮੈਂਟ ਆਫ ਡਿਸੀਜ਼ਸ ਐਂਡ ਆਪਣੇ ਕੋਲ ਜਿਹੜੇ ਪੇਨ ਵਗੈਰਾ ਹੁੰਦਾ ਉਤੋਂ ਰਿਲੀਫ ਲਈ, ਠੀਕ ਹੈ। ਸੋ ਨੈਕਸਟ ਆ ਜਾਂਦਾ ਕੀਮੋਥੈਰੇਪੀ। ਕੀਮੋਥੈਰੇਪੀ ਇਜ਼ ਦੀ branch of science which deals with the use of chemicals, ठीक है, for the treatment of diseases। chemicals का use करना for treating diseases। तो अपने को काफ़ी सारे जिमें हुण आपां अगर फीवर है तो फीवर ਲਈ अलग ਮੈਡੀਸਨ ਲਵਾਂਗੇ, अगर कफ है तो अलग ਮੈਡੀਸਨ ਹੁੰਦੀ ਆ, तो ਕਿਸੇ ਨੂੰ ਇਨਫੈਕਸ਼ਨ ਹੋਈ ਹੁੰਦੀ ਆ ਉਹਦੇ ਲਈ ਅਲੱਗ ਹੁੰਦੀ ਆ, ਕਿਸੇ ਦਾ ਐਸਿਡਿਟੀ ਹੋਈ ਹੁੰਦੀ ਆ ਉਹਦੇ ਲਈ ਅਲੱਗ ਹੁੰਦੀ ਆ। ਸੋ ਡਿਫਰੈਂਟ ਮੈਡੀਸਨਸ ਹੁੰਦੀਆਂ, ਠੀਕ ਹੈ। ਤਾਂ ਉਹਨਾਂ ਬਾਰੇ ਪੜ੍ਹਾਂਗੇ। ਇਹ ਪੱਕਾ ਇੱਕ ਨਾ 2 ਜਿਹੜੀਆਂ ਇਹ ਡੈਫੀਨੇਸ਼ਨ ਆਉਂਦੀਆਂ ਹੀ ਹੁੰਦੀਆਂ, ਠੀਕ ਹੈ। ਤਾਂ ਫਸਟ ਇਜ਼ ਐਂਟ ਐਸਿਡ, ਠੀਕ ਹੈ। ਤਾਂ ਬਹੁਤ ਸਿੰਪਲ ਹੈ। ਐਂਟ ਐਸਿਡ ਮਤਲਬ ਇਹ ਮੈਡੀਸਨ ਜਿਹੜੀ ਯੂਜ਼ ਕੀਤੀ ਜਾਂਦੀ ਹੈ, ਕੈਮੀਕਲ ਸਬਸਟੈਂਸ ਜਿਹੜਾ ਯੂਜ਼ ਕੀਤਾ ਜਾਏਗਾ ਉਹ ਯੂਜ਼ ਕਰਾਂਗੇ ਉਹਨੂੰ ਟੂ ਨਿਊਟਰਲਾਈਜ਼ ਐਸਿਡ। ਜਿਵੇਂ ਸਮ ਟਾਈਮ ਐਸੀਡਿਟੀ ਹੋ ਜਾਂਦੀ ਹੈ, ਐਸੀਡਿਟੀ ਹੋਣ ਦਾ ਰੀਜ਼ਨ ਕੀ ਹੈ ਕਿ ਸਟਮਕ 'ਚ ਜਿਹੜੇ ਐਸਿਡ ਦੀ ਜਾਂ ਗੈਸਟ੍ਰਿਕ ਜੂਸਿਸ ਦੀ ਇਨਕਰੀਜ਼ ਹੋਣਾ ਉਹਨਾਂ 'ਚ, ਠੀਕ ਹੈ। pH ਜਿਹੜਾ ਆ ਜ਼ਿਆਦਾ ਹੋ ਜਾਂਦਾ ਐਸਿਡਿਕ, ਠੀਕ ਹੈ। ਤਾਂ ਉਹਨੂੰ ਦੂਰ ਕਰਨ ਲਈ ਆਪਾਂ ਕੁਛ ਐਂਟ ਐਸਿਡ ਲੈਂਦੇ ਹਾਂ ਜਿਨ੍ਹਾਂ ਨੂੰ ਆਪਾਂ ਕਹਿੰਦੇ ਹਾਂ ਵੀਕ ਬੇਸ ਲੈ ਜਾਂਦੇ। ਫੋਰ ਐਗਜ਼ਾਮਪਲ ਆਪਣੇ ਕੋਲ ਸੋਡੀਅਮ ਬਾਈਕਾਰਬੋਨੇਟ ਵਗੈਰਾ ਲੈ ਜਾਂਦਾ, ਮਿੱਠਾ ਸੋਡਾ ਜਿਹਨੂੰ ਬੋਲ ਦਿੰਦੇ ਆ, ਠੀਕ ਹੈ। सोडियम बाइकार्बोनेट और मैग्नीशियम हाइड्रोक्साइड, एल्यूमिनियम हाइड्रोक्साइड वगैरह, दीज आर एंट एसिड टू रिलीफ या टू न्यूट्रलाइज एसिडिटी, ठीक है जी, या एसिडिक। सेकेंड वन इज ट्रैंक्यूलाइजर। ट्रैंक्यूलाइजर्स की होंगे, ये पहला भी जो अपने ਕੀਤਾ ਸੀਗਾ ਮੋਡਲ ਟੈਸਟ ਪੇਪਰ ਸੋਲਵ ਕੀਤਾ ਸੀ ਉਹਦੇ 'ਚ ਕੀਤਾ ਸੀ ਟ੍ਰੈਂਕੁਲਾਈਜ਼ਰਸ ਜਿਹੜੇ ਲੈ ਜਾਂਦੇ ਆ, ਦੈਟ ਇਜ਼ ਯੂਜ਼ ਟੂ ਰਿਲੀਫ ਸਟ੍ਰੈਸ। ਹੁਣ ਕਿਸੇ ਨੂੰ ਸਟ੍ਰੈਸ ਆ ਜਾਂ ਕੋਈ ਐਂਗਜ਼ਾਇਟੀ ਆ ਜਾਂ ਕੋਈ ਮਾਈਲਡ ਡਿਸੀਜ਼ ਆ, ਉਹਨੂੰ ਦੂਰ ਕਰਨ ਲਈ ਜੋ ਮੈਡੀਸਨਸ ਲਈਆਂ ਜਾਂਦੀਆਂ, ਦੈਟ ਆਰ ਟ੍ਰੈਂਕੁਲਾਈਜ਼ਰਸ। ਤੋ ਇਹ ਰਿਲੀਫ ਕਿੱਦਾਂ ਕਰਦੇ ਆ, ਮਤਲਬ ਕਿੱਦਾਂ ਹੈਲਪ ਕਰਦੇ ਆ। ਰੀਜ਼ਨ ਜਿੱਦਾਂ ਹੁਣ ਆਪਣਾ ਸੈਂਟਰਲ ਨਰਵਸ ਸਿਸਟਮ ਆ, ਠੀਕ ਹੈ। ਸੈਂਟਰਲ ਨਰਵਸ ਸਿਸਟਮ ਹੁੰਦਾ ਤਾਂ ਸੈਂਟਰਲ ਨਰਵਸ ਸਿਸਟਮ ਨੂੰ ਇਹਨਾਂ ਨੇ ਅਫੈਕਟ ਕਰਨਾ,
ठीक है, अफेक्ट करनगे तो स्लीप कॉज करनगे, ठीक है। तो मतलब अगर स्लीप परसन सो रहा तो ਉਹਦਾ ਜਿਹੜਾ ਸਟ੍ਰੈਸ ਹੈ ਆਟੋਮੈਟਿਕਲੀ ਜਿਹੜਾ ਹੈ ਉਹ ਰਿਲੀਫ ਹੋ ਪਾਉਂਦਾ, ਠੀਕ ਹੈ, ਸਟ੍ਰੈਸ ਤੋਂ ਕੈਮੀਕਲ ਸਬਸਟੈਂਸ ਯੂਜ਼ਡ ਫॉर ਦੀ ਟ੍ਰੀਟਮੈਂਟ ਆਫ ਸਟ੍ਰੈਸ, ਐਂਗਜ਼ਾਇਟੀ, ਇਰੈਟੇਬਿਲਿਟੀ, ਮਾਈਲਡ ਔਰ ਇਵਨ ਡਿਸੀਜ਼ਸ, ਮੈਂਟਲ ਡਿਸੀਜ਼ਸ ਜਿਹੜੀਆਂ ਹੁੰਦੀਆਂ ਉਹਨਾਂ ਨੂੰ ਆਪਾਂ ਟ੍ਰੈਂਕੁਲਾਈਜ਼ਰ ਕਹਿੰਦੇ ਹਾਂ। ਦੇ ਮੇ ਇਫੈਕਟ ਸੈਂਟਰਲ ਨਰਵਸ ਸਿਸਟਮ ਐਂਡ ਇੰਡਿਊਸ ਸਲੀਪ ਫॉर ਪੇਸ਼ੈਂਟਸ। तो ਇਹਦੇ ਸਿੰਪਟਮਸ ਜਿਹੜੇ ਹੁੰਦੇ ਆ ਮਤਲਬ ਇਮੋਸ਼ਨਲੀ ਕਹਿ ਲਓ ਕਿ ਇਮੋਸ਼ਨਲ ਸਟ੍ਰੈਸ ਹੋ ਜਾਂਦਾ, ਠੀਕ ਹੈ। ਸੋ ਇਹਨਾਂ ਦੀ ਕਾਮਨ ਕੌਨਸਟੀਟਿਊਟ ਹੈ ਸਲੀਪਿੰਗ ਪਿਲਸ ਲੈਣੀਆਂ। ਹੁਣ ਜਿਹੜੇ ਜਿਨ੍ਹਾਂ ਨੂੰ ਨੀਂਦ ਨਹੀਂ ਆਉਂਦੀ, ਮਤਲਬ ਕਿਸੇ ਸਟ੍ਰੈਸ ਕਾਰਨ ਨੀਂਦ ਨਹੀਂ ਆਉਂਦੀ ਹੋਊਗੀ, ਕੋਈ ਟੈਨਸ਼ਨ ਹੋਏਗੀ, ਠੀਕ ਹੈ, ਤਾਂ ਉਹਨਾਂ ਲਈ ਸਲੀਪਿੰਗ ਪਿਲਸ ਲਈਆਂ ਜਾਂਦੀਆਂ। ਸੋ ਇਹਨਾਂ ਦੇ ਐਗਜ਼ਾਮਪਲ ਜਿਹੜਾ ਇਕੁਐਨਲ is used to treat depression, ठीक है, and hypertension, ठीक है जी। next is analgesic ਜਿਹੜੇ यूज़ ਕੀਤੇ ਜਾਂਦੇ जनरally relief pain, ठीक है, to relieve pain ਨੂੰ ਦੂਰ ਕਰਨ ਲਈ यूज़ ਕੀਤੇ ਜਾਂਦੇ ਆ analgesic। ਇਹ ਅੱਗੇ ਦੋ ਤਰ੍ਹਾਂ ਦੇ ਹੁੰਦੇ ਆ, narcotics and non narcotics। ਨੈਰਕੋਟਿਕਸ ਜਿਹੜੇ ਹੁੰਦੇ ਆ ਦੇ ਇੰਡਿਊਸ ਸਲੀਪ ਐਂਡ ਕੌਜ਼ ਅਨਕੌਂਸ਼ੀਅਸਨੈਸ, ਠੀਕ ਹੈ। ਸੋ ਦੋ ਟਾਈਪਸ ਦੇ ਹੋ ਗਏ, ਐਨਾਲਜੈਸਿਕ, ਨੈਰਕੋਟਿਕਸ ਐਂਡ ਨॉन ਨੈਰਕੋਟਿਕਸ। ਤੋ ਇਹ ਜਿਹੜੇ ਆ ਇਹ ਸਲੀਪ ਕੌਜ਼ ਕਰਦੇ ਆ, ਜਿਹਦੇ ਕਰਕੇ ਪਰਸਨ ਕੌਨਸ਼ੀਅਸ ਨਹੀਂ ਰਹਿੰਦਾ, ਠੀਕ ਹੈ। ਜਿਹੜੇ ਮੋਸਟਲੀ ਹਾਰਮਫੁਲ ਡਰੱਗਸ ਹੁੰਦੇ ਆ, ਫੋਰ ਐਗਜ਼ਾਮਪਲ ਮੋਰਫਿਨ, ਠੀਕ ਹੈ, ਮੋਰਫਿਨ ਵਗੈਰਾ ਐਂਡ ਕੋਡੀਨ, these are harmful effect, ठीक है। next non narcotics ਇਹ ਨॉन हैबिटेड ਹੁੰਦੇ ਆ ਕਿ ਪਰਸਨ ਨੂੰ ਇਹਦੀ ਲੱਤ ਨਹੀਂ ਲੱਗਦੀ, ਠੀਕ ਹੈ, ਮਤਲਬ ਅਡਿਕਟਡ ਨਹੀਂ ਹੁੰਦਾ ਇਹਦੇ। ਸੋ ਜਿਵੇਂ ਆਪਾਂ ਸਿਰ ਦਰਦ ਹੁੰਦਾ ਡਿਸਪਰਿਨ ਵਗੈਰਾ ਲੈ ਲੈਂਦੇ ਹਾਂ ਨਾ, ਮੈਡੀਸਨ ਯੂਜ਼ ਕੀਤੀ ਜਾਂਦੀ ਆ ਫॉर ਹੈਡੇਕ, ਪੈਰਾਸੀਟਾਮੋਲ, ਜਿਹੜਾ ਬਿਫਰਨ ਹੁੰਦੀ ਆ ਆਪਣੇ ਕੋਲ, ਡਾਈਕਲੋਰੋਫਿਨੈਕ। ਜਦੋਂ ਤੁਸੀਂ ਪੈਰਾਸੀਟਾਮੋਲ ਲਓਗੇ ਨਾ, ਹੋਰ ਜਿਹੜੀਆਂ ਪੇਨ ਰਿਲੀਫ ਹੁੰਦੀਆਂ ਉੱਥੇ ਜ਼ਰੂਰ ਪੜ੍ਹਿਆ ਕਰੋ, ਠੀਕ ਹੈ, ਉੱਥੇ ਲਿਖਿਆ ਹੁੰਦਾ ਡਾਈਕਲੋਰੋਫਿਨੈਕ, ਸਾਲਟ ਵਗੈਰਾ ਹੁੰਦੇ ਉਹਦੇ 'ਚ, ਠੀਕ ਹੈ। these are used as analgesic। ਤਾਂ ਜਿਹੜੀ ਐਸਪਰਿਨ ਪਹਿਲਾਂ ਯੂਜ਼ ਕੀਤੀ ਜਾਂਦੀ ਸੀਗੀ, ਐਸਪਰਿਨ, ਠੀਕ ਹੈ, ਬਟ ਦਿਸ ਇਜ਼ ਟੌਕਸਿਕ ਫॉर ਲੀਵਰ, ਇਹ ਲੀਵਰ ਲਈ ਟੌਕਸਿਕ ਆ। ਨੈਕਸਟ ਐਂਟੀਪਾਇਰੇਟਿਕਸ ਜਿਹੜੇ ਹੁੰਦੇ ਆ that is used to reduce body temperature, ਬੋਡੀ ਦਾ ਟੈਂਪਰੇਚਰ ਰਿਡਿਊਸ ਕਰਨ ਲਈ। ਤੋ ਜਨਰਲੀ ਆਪਾਂ ਪੈਰਾਸੀਟਾਮੋਲ ਹੀ ਖਾਂਦੇ ਹਾਂ, ਠੀਕ ਹੈ। ਤੋ ਪੈਰਾਸੀਟਾਮੋਲ ਹੋ ਗਈ, ਹੋਰ ਡੋਲੋ ਜਿਹੜੀ ਯੂਜ਼ ਕੀਤੀ ਜਾਂਦੀ ਜਨਰਲੀ। ਸੋ ਐਂਟੀਪਾਇਰੇਟਿਕਸ ਯੂਜ਼ ਟੂ ਰਿਡਿਊਸ ਬੋਡੀ ਟੈਂਪਰੇਚਰ। ਸੋ ਇਹਨਾਂ ਦੀ ਐਗਜ਼ਾਮਪਲ ਐਸਪਰਿਨ, ਪੈਰਾਸੀਟਾਮੋਲ, ठीक है, हर एक दी याद कर लेना एग्जाम्पल्स। तो पैरासीटामोल का स्ट्रक्चर इज अपने को है अल्कोहल का सॉल्ट होंदा, ठीक है, तो NHCO NH2 सॉरी CH3, दिस इज द स्ट्रक्चर ऑफ पैरासीटामोल, ठीक है जी। नेक्स्ट एंटी माइक्रोबियल्स। तो एंटी माइक्रोबियल्स आ, माइक्रोबियल मतलब माइक्रोब्स तो होने वाली डिसीजेस तो बचाने ਲਈ ਜਿਹੜੇ यूज़ किया जाता दैट आर एंटी माइक्रोबियल्स। तो एंटी माइक्रोबियल्स होंगे। सो एंटी माइक्रोबियल टू क्योर डिसीज़ कॉज बाय माइक्रो ऑर्गेनिज्म, जिमें बैक्टीरिया द्वारा कोई डिसीज़ कॉज हो या वायरस, ठीक है, जिमें हुण कफ वगैरह हो जाता है, ठीक है, कफ सॉरी जिमें कह लो मलेरिया वगैरह, सो टाइफाइड वगैरह, ठीक है, कॉलरा, दीज आर दी डिसीजेज कॉज्ड बाय बैक्टीरिया माइक्रो ऑर्गेनिजम्स, ठीक है। तो ये आते हैं अपने को एंटी बैक्टीरियल आ जाते हैं, मतलब बैक्टीरिया तो अगर कोई डिसीज़ हुई है, एंटी फंगल आ जाते हैं, फंजाई दे करके कोई डिसीज़ हुई है, एंटी वायरल आ जाते हैं,
ਵਾਇਰਸ ਦੇ ਕਰਕੇ ਕੋਈ ਡਿਸੀਜ਼ ਹੋਈ ਹੋਵੇ, ਠੀਕ ਹੈ ਜੀ। ਨੈਕਸਟ ਆਰ ਐਂਟੀਬਾਇਓਟਿਕਸ, ਤੋਂ ਬਹੁਤ ਕਾਮਨ ਹੈ। ਜਦੋਂ ਕੋਈ ਇਨਫੈਕਸ਼ਨ ਹੁੰਦੀ ਹੈ, ਮਤਲਬ ਉਹਨੂੰ ਕਿਉਰ ਕਰਨ ਲਈ ਐਂਟੀਬਾਇਓਟਿਕ ਯੂਜ਼ ਕੀਤੀ ਜਾਂਦੀ ਹੈ। ਐਂਟੀਬਾਇਓਟਿਕਸ ਤੋਂ ਮੋਸਟ ਕਾਮਨ ਜਿਹੜੀ ਐਂਟੀਬਾਇਓਟਿਕਸ ਆ ਯੂਜ਼ ਕੀਤੀ ਜਾਂਦੀ ਆ ਅਮੋਕਸੀਸਿਲਿਨ, ਠੀਕ ਹੈ। ਪਹਿਲਾਂ ਸਭ ਤੋਂ ਪਹਿਲੀ ਸੀਗੀ ਪੈਨਸਿਲਿਨ, ਠੀਕ ਹੈ। ਉਸ ਤੋਂ ਬਾਅਦ ਜਿਵੇਂ ਓਮੇਪੈਰਾਜ਼ੋਲ ਵਗੈਰਾ, ਠੀਕ ਹੈ, ਡਾਈਪੈਰਾਜ਼ੋਲਸ, ਤੋਂ ਇਹ ਜਿਹੜੀਆਂ ਆਈਆਂ ਐਂਟੀਬਾਇਓਟਿਕਸ। ਸੋ these are the substance which in low concentration ਲਏ ਜਾਣਗੇ to inhibit the growth of microorganism or destroy them by intervening in their metabolic processes। तो ਬਾਇਓ ਦੇ ਸਟੂਡੈਂਟਸ ਜਾਣਦੇ ਆ ਐਂਟੀਜਨਸ ਹੁੰਦੇ ਆ ਆਪਣੇ, ਠੀਕ ਹੈ, ਐਂਟੀਬੋਡੀਜ਼ ਪ੍ਰੋਡਿਊਸ ਕਰਦੇ ਆ। ਤਾਂ ਅਗਰ ਕੋਈ ਲੱਗਦਾ ਹੈ ਕਿ ਕੋਈ ਫੋਰਨ ਔਰਗੈਨਿਜ਼ਮ ਐਂਟਰ ਕੀਤਾ ਬੋਡੀ 'ਚ, ਤਾਂ ਉਹਨੂੰ ਇਫੈਕਟ ਕਰਨ ਲਈ ਜਿਹੜਾ ਆ, ਮਤਲਬ ਉਹਨੂੰ ਕਿਲ ਕਰਨ ਲਈ, ਤਾਂ ਜੋ ਬੋਡੀ ਨੂੰ ਨੁਕਸਾਨ ਨਾ ਪਹੁੰਚਾ ਸਕੇ, ਪ੍ਰੋਡਿਊਸ ਕੀਤੇ ਜਾਂਦੇ ਆ। ਅਗਰ ਆਪਣੀ ਬੋਡੀ ਉਹ ਐਂਟੀਬੋਡੀ ਨਹੀਂ ਪ੍ਰੋਡਿਊਸ ਕਰ ਪਾਉਂਦੀ ਤਾਂ ਬਾਹਰੋਂ ਲਈ ਜਾਂਦੀ ਆ, ਠੀਕ ਹੈ। ਤਾਂ ਐਂਟੀਬੋਡੀ ਜਿਹੜੀਆਂ ਬਾਇਓਟਿਕਸ ਹੁੰਦੀਆਂ ਦੋ ਟਾਈਪਸ ਦੀਆਂ ਹੁੰਦੀਆਂ, ਇੱਕ ਹੁੰਦੀਆਂ ਬੈਕਟੀਰੀਅਲ ਸਾਈਡਲ, ਠੀਕ ਹੈ। these are have effect on ਮਾਈਕਰੋਬਸ ਨੂੰ ਕਿਲ ਕਰਨ ਲਈ, ਫੋਰ ਐਗਜ਼ਾਮਪਲ ਪੈਨਸਿਲਿਨ ਐਂਡ ਓਫਲੋਕਸਿਨ। ਇਹ ਓਫਲੋਕਸਿਨ ਜਿਹੜੀ ਹੁੰਦੀ ਆ, ਹੁਣ ਜਿਹੜੇ ਪਰਸਨ ਜ਼ਿਆਦਾ ਤੇਜ਼, ਮਤਲਬ ਜ਼ਿਆਦਾ ਇਫੈਕਟਿਵ ਦਵਾਈ ਮੈਡੀਸਨ ਨਹੀਂ ਡਾਈਜੈਸਟ ਕਰ ਪਾਉਂਦੇ, ਉਹਨਾਂ ਨੂੰ ਓਫਲੋਕਸਿਨ ਦਿੱਤੀ ਜਾਂਦੀ ਹੈ, ਠੀਕ ਹੈ ਜੀ। ਸੈਕਿੰਡ ਇਜ਼ ਬੈਕਟੀਰੀਓਸਟੈਟਿਕ। ਬੈਕਟੀਰੀਓਸਟੈਟਿਕ ਮਤਲਬ ਇੱਥੇ ਇਹ ਮਾਈਕਰੋ ਆਰਗੈਨਿਜ਼ਮ ਨੂੰ ਕਿਲ ਕਰਨਗੇ, ਇੱਥੇ ਜਸਟ ਉਹਨਾਂ ਨੂੰ ਇਨਹਿਬਿਟ ਕਰਨਗੇ, ਰੋਕਣਗੇ, ਠੀਕ ਹੈ। ਤਾਂ ਇੱਥੇ ਆਪਣੇ ਕੋਲ ਇਰੀਥਰੋਮਾਈਸਿਨ, ਠੀਕ ਹੈ, ਕਾਫੀ ਯੂਜ਼ ਕੀਤੀ ਜਾਂਦੀ ਹੈ। ਟੈਟਰਾਸਾਈਕਲਿਨ ਔਰ ਕ੍ਰੋਮੋਫੇਨਿਕੋਲ, ਠੀਕ ਹੈ। these are the ਐਂਟੀਬਾਇਓਟਿਕਸ। ਤਾਂ ਪੈਨਸਿਲਿਨ ਜਿਹੜੀ ਆ ਫਸਟ ਡਿਸਕਵਰ ਕੀਤੀ ਸੀ ਕਿ ਅਲੈਗਜ਼ੈਂਡਰ ਫਲੈਮਿੰਗ ਨੇ ਇਨ 1929। ਤੋਂ 1 ਮਾਰਕ 'ਚ ਕੁਐਸਚਨ ਆ ਸਕਦਾ। ਪੈਨਸਿਲਿਨ ਸਭ ਤੋਂ ਪਹਿਲੀ ਐਂਟੀਬਾਇਓਟਿਕ ਸੀਗੀ। ਸੋ ਇਹ ਡਿਸਕਵਰ ਕੀਤੀ ਸੀ ਅਲੈਗਜ਼ੈਂਡਰ ਫਲੈਮਿੰਗ ਨੇ ਇਨ 1929, ਠੀਕ ਹੈ ਜੀ। ਪੈਨਸਿਲਿਨ ਤੋਂ ਪੈਨਸਿਲਿਨ ਜਿਹੜੀ ਹੈ ਕਈਆਂ ਨੂੰ ਐਲਰਜਿਕ ਹੁੰਦੀ ਹੈ, ਤਾਂ ਇਸ ਕਰਕੇ ਇਹਦਾ ਯੂਜ਼ ਜਿਹੜਾ ਸੀਗਾ ਉਹ ਬੰਦ ਕਰ ਦਿੱਤਾ। ਤਾਂ ਹੁਣ ਜਿਹੜੀਆਂ ਕਾਫੀ ਦੂਸਰੀਆਂ ਜਿਹੜੀਆਂ ਯੂਜ਼ ਕੀਤੀਆਂ ਜਾਂਦੀਆਂ ਐਂਟੀਬਾਇਓਟਿਕਸ। ਨੈਕਸਟ ਐਂਟੀਸੈਪਟਿਕਸ। ਐਂਟੀਸੈਪਟਿਕਸ ਹੁਣ ਘਰਾਂ 'ਚ ਆਪਾਂ ਜਿਹੜੇ ਆ ਫਿਰਨੈਲ ਵਗੈਰਾ ਜਾਂ ਲਾਈਜ਼ੋਲ ਹੁੰਦੇ ਆ ਯੂਜ਼ ਕਰਦੇ ਆ, ਠੀਕ ਹੈ। ਤਾਂ ਐਂਟੀਸੈਪਟਿਕਸ ਹੀ ਹੁੰਦੇ ਆ, ਉਹ ਯੂਜ਼ ਟੂ ਕਿਲ ਔਰ ਪ੍ਰੀਵੈਂਟ ग्रोथ ऑफ माइक्रो ऑर्गेनिज्म। तो डेटोल होगी, बायोथायनोल होगी, ठीक है जी। और अपने को टिंक्चर ऑफ आयोडीन का मतलब पिंच ऑफ आयोडीन होंदा विच इज यूज 2 to 3% ऑफ अपने को आयोडीन सोल्यूशन होंदा इन अल्कोहल। तो काफ़ी इफेक्टिव होंदा टू किल माइक्रो ऑर्गेनिज्म। आइडोफॉर्म इज ऑल्सो, ਆਈਡੋਫੋਮ ਜਿਹੜੀ ਯੂਜ਼ ਕੀਤੀ ਜਾਂਦੀ ਆ, ਇਹ ਜਦੋਂ ਵਾਊਂਡਸ ਵਗੈਰਾ 'ਤੇ ਕੋਈ ਵਾਇਰਸ ਵਗੈਰਾ ਜਾਂ ਮਾਈਕਰੋਬਸ ਅਟੈਕ ਨਾ ਕਰ ਪਾਵੇ, ਉਹਦੇ ਲਈ ਯੂਜ਼ ਕੀਤੀ ਜਾਂਦੀ ਆ, ਠੀਕ ਹੈ ਜੀ। ਨੈਕਸਟ ਡਿਸਇਨਫੈਕਟੈਂਟਸ। ਤਾਂ ਡਿਸਇਨਫੈਕਟੈਂਟਸ ਵੀ ਉਹੀ ਜਿਹੜੇ ਮਾਈਕਰੋ ਆਰਗੈਨਿਜ਼ਮ ਨੂੰ ਕਿਲ ਵਗੈਰਾ ਕਰਨ। ਨੋਟ ਸੇਫ ਟੂ ਬੀ ਅਪਲਾਈਡ ਔਨ ਲਿਵਿੰਗ ਟਿਸ਼ੂਜ਼। ਤਾਂ ਐਂਟੀਸੈਪਟਿਕਸ ਉਹ ਹੁੰਦੀਆਂ। ਤਾਂ ਇੱਥੇ ਮੈਂ ਥੋੜ੍ਹਾ ਜਿਹਾ ਮਿਸਟੇਕ ਹੋ ਗਈ। ਐਂਟੀਸੈਪਟਿਕਸ ਆਪਾਂ ਜਿਹੜੇ ਆ ਯੂਜ਼ ਕਰਦੇ ਹਾਂ ਜਿਹੜੀਆਂ ਆਪਾਂ ਲਿਵਿੰਗਸ 'ਤੇ ਵੀ ਅਪਲਾਈ ਕਰ ਪਾਈਏ, ਠੀਕ ਹੈ, ਲਿਵਿੰਗਸ ਬੀਇੰਗ 'ਤੇ ਅਪਲਾਈ ਹੋ ਸਕਣ। ਡਿਸਇਨਫੈਕਟੈਂਟਸ ਉਹ ਹੁੰਦੇ ਆ ਜਿਹੜੇ ਆਪਾਂ ਨੋਨ ਲਿਵਿੰਗਸ 'ਤੇ ਅਪਲਾਈ ਕਰਦੇ ਹਾਂ, ਠੀਕ ਹੈ। ਤਾਂ ਜਿਵੇਂ ਇੱਥੇ ਆ ਜਾਂਦੇ ਲਾਈਜ਼ੋਲ ਵਗੈਰਾ, ਤਾਂ ਦੈਟ ਆਰ ਯੂਜ਼ ਟੂ ਕਿਲ ਔਰਗੈਨਿਜ਼ਮ, ਓਕੇ। ਨੈਕਸਟ ਵਨ ਇਜ਼ anti-fertility drug। anti-fertility drug is used to prevent ਜਾਂ control pregnancy। तो ਉਹਦੇ ਲਈ यूज़ ਕੀਤੀਆਂ ਜਾਂਦੀਆਂ। तो these are general types of medicines। so next ਆਪਾਂ chemicals in food, ਫਿਰ cleansing agent ਤੇ ਕਾਫੀ ਕੁਐਸਚਨ ਆਉਂਦੇ soaps and detergents। तो ਤੁਸੀਂ
मैं ये ब्रीफ डिस्कशन करवा रही हूँ चैप्टर की, तो ये साडा सारा ही चैप्टर कवर हो जाएगा, क्वेश्चन सारे ही अटैम्प्ट हो जाएंगे एक्यूरेट दे। सो अज मैडिसिन बारे ही पढ़ांगे, कल दे लैक्चर च आपां जिहड़ा चैप्टर खत्म कर लांगे, फिर तुसीं जिहड़े एक्यूरेट दे क्वेश्चन सॉल्व कर सकते हो ईजिली। अगर कोई डाउट होया तो पूछ लेना, ठीक है। थैंक यू फॉर वॉचिंग, प्लीज़ लाइक शेयर सब्सक्राइब माई चैनल।